ਹੈਲੋ ਗਾਇਸ, ਅੱਜ ਅਸੀਂ ਇੰਡੀਅਨ ਕਨਸਟੀਟਿਊਸ਼ਨ ਸਟਾਰਟ ਕਰਦੇ ਹਾਂ ਔਰ ਇਸ ਦਾ ਜਿਹੜਾ ਸਾਡਾ ਸਭ ਤੋਂ ਪਹਿਲਾ ਟੌਪਿਕ ਹੈ ਉਹ ਹੈ ਮੇਕਿੰਗ ਆਫ ਦਾ ਕਨਸਟੀਟਿਊਸ਼ਨ, ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਆ ਔਰ ਇਹ ਸਟਾਰਟਿੰਗ ਟੌਪਿਕ ਆ ਕਨਸਟੀਟਿਊਸ਼ਨ ਦਾ। ਇਸ ਟੌਪਿਕ ਦੇ ਵਿੱਚੋਂ ਬਹੁਤ ਸਾਰੇ ਐਗਜ਼ਾਮਸ ਦੇ ਵਿੱਚ ਇਹ ਕੁਐਸਚਨ ਇੱਕ ਜਾਂ ਦੋ ਕੁਐਸਚਨ ਪੁੱਟ ਅਪ ਕੀਤੇ ਜਾਂਦੇ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵੀ ਇਸ ਟੌਪਿਕ ਦੇ ਵਿੱਚੋਂ ਇੱਕ ਕੁਐਸਚਨ ਜਾਂ ਦੋ ਕੁਐਸਚਨ ਪੱਕਾ ਮਿਲਣਗੇ ਆਪਣੇ ਐਗਜ਼ਾਮ ਦੇ ਵਿੱਚ। ਮੇਰੀ ਕੋਸ਼ਿਸ਼ ਇਹ ਹੋਵੇਗੀ ਕਿ ਤੁਹਾਨੂੰ ਬਹੁਤ ਆਸਾਨ ਢੰਗ ਨਾਲ ਕਨਸਟੀਟਿਊਸ਼ਨ ਕਵਰ ਕਰਵਾਇਆ ਜਾਵੇ ਔਰ ਜੋ ਇਸ ਦੇ ਇੰਪੋਰਟੈਂਟ ਟੌਪਿਕਸ ਨੇ ਉਹ ਤੁਹਾਡੇ ਐਗਜ਼ਾਮ ਤੋਂ ਪਹਿਲਾਂ ਕਵਰ ਹੋ ਜਾਣ। ਅੱਜ ਦਾ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿਉਂਕਿ ਇਸ ਤੋਂ ਪਹਿਲਾਂ ਵੀ ਸਾਡਾ ਇੱਕ ਲੈਕਚਰ ਆਇਆ ਸੀ, ਉਸ ਦੇ ਵਿੱਚ ਅਸੀਂ ਤੁਹਾਨੂੰ ਇਸ ਐਗਜ਼ਾਮ ਨੂੰ ਕ੍ਰੈਕ ਕਰਨ ਲਈ ਮੋਸਟ ਇੰਪੋਰਟੈਂਟ ਸਟ੍ਰੈਟਜੀ, ਮੋਸਟ ਇੰਪੋਰਟੈਂਟ ਬੁੱਕਸ, ਲਾਸਟ ਈਅਰ ਪੇਪਰ ਐਨਾਲਾਈਸਿਸ ਔਰ ਤੁਸੀਂ ਇੱਕ ਇੰਟਰਵਿਊ ਨੂੰ ਕਿਵੇਂ ਬਾਈਪਾਸ ਕਰ ਸਕਦੇ ਇਸ ਦੀ ਡਿਟੇਲਡ ਇਨਫੋਰਮੇਸ਼ਨ ਅਸੀਂ ਉਸ ਵੀਡੀਓ ਦੇ ਵਿੱਚ ਦੱਸੀ ਆ। ਤਾਂ ਪਲੀਜ਼ ਅਗਰ ਤੁਸੀਂ ਉਸ ਵੀਡੀਓ ਨੂੰ ਨਹੀਂ ਵੇਖਿਆ ਤਾਂ ਪਹਿਲਾਂ ਉਸ ਨੂੰ ਇੱਕ ਵਾਰ ਜ਼ਰੂਰ ਵੇਖ ਲਓ। ਦੈਨ ਤੁਹਾਨੂੰ ਇੱਕ ਛੋਟੀ ਜਿਹੀ ਔਰ ਰਿਕੁਐਸਟ ਹੈ ਕਿ ਅਗਰ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਾਂ ਨੋਟੀਫਿਕੇਸ਼ਨ ਬੈਲ ਹੈ ਉਸ ਨੂੰ ਪ੍ਰੈਸ ਕਰ ਦਿਓ ਤਾਂ ਜੋ ਤੁਹਾਡੇ ਐਗਜ਼ਾਮ ਤੋਂ ਪਹਿਲਾਂ ਜਿੰਨੀਆਂ ਵੀ ਵੀਡੀਓਜ਼ ਅਸੀਂ ਅਪਡੇਟ ਕਰੀਏ ਉਹ ਤੁਹਾਡੇ ਤੱਕ ਬੜੇ ਆਸਾਨੀ ਨਾਲ ਪਹੁੰਚ ਜਾਣ ਤਾਂ ਜੋ ਤੁਹਾਡੇ ਤੋਂ ਕੋਈ ਵੀ ਵੀਡੀਓ ਮਿਸ ਨਾ ਹੋਵੇ। ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਲੈਕਚਰ ਮੇਕਿੰਗ ਆਫ ਦਾ ਕਨਸਟੀਟਿਊਸ਼ਨ। ਇਸ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਪੁਆਇੰਟ ਹੈ 1934। ਇਸ ਈਅਰ ਨੂੰ ਥੋੜਾ ਯਾਦ ਰੱਖਣਾ ਕਿਉਂਕਿ ਮੋਸਟ ਇੰਪੋਰਟੈਂਟ ਈਅਰ ਹੈ। ਕਨਸਟੀਟਿਊਟ ਅਸੈਂਬਲੀ ਸੀ ਉਸ ਦਾ ਆਈਡੀਆ MN ਰॉय ਨੇ ਇਹ ਐਗਜ਼ਾਮ ਦੇ ਵਿੱਚ ਕਾਫੀ ਵਾਰ ਕੁਐਸਚਨ ਪੁੱਟ ਅਪ ਕੀਤਾ ਗਿਆ ਕਿਸ ਪਰਸਨ ਨੇ ਕਨਸਟੀਟਿਊਟ ਅਸੈਂਬਲੀ ਦਾ ਆਈਡੀਆ ਦਿੱਤਾ ਸੀ। ਠੀਕ ਹੈ, ਤਾਂ ਇਹ ਨਾਮ ਯਾਦ ਰੱਖਣਾ ਤੁਸੀਂ MN ਰॉय। ਹੁਣ ਇਹ ਕਨਸਟੀਟਿਊਟ ਅਸੈਂਬਲੀ ਬਣਾਈ ਕਿਉਂ ਗਈ? ਕਨਸਟੀਟਿਊਟ ਅਸੈਂਬਲੀ ਇਸ ਕਰਕੇ ਬਣਾਈ ਗਈ ਕਿਉਂਕਿ ਇਸ ਦਾ ਜਿਹੜਾ ਮੇਨ ਕੰਮ ਸੀ ਉਹ ਸੀ ਮੇਕਿੰਗ ਆਫ ਦਾ ਕਨਸਟੀਟਿਊਸ਼ਨ, ਮਤਲਬ ਕਨਸਟੀਟਿਊਸ਼ਨ ਨੂੰ ਬਣਾਉਣਾ। ਕਨਸਟੀਟਿਊਟ ਅਸੈਂਬਲੀ ਦਾ ਕੀ ਕੰਮ ਸੀਗਾ? ਕਨਸਟੀਟਿਊਸ਼ਨ ਨੂੰ ਬਣਾਉਣਾ। ਔਰ ਕਨਸਟੀਟਿਊਟ ਅਸੈਂਬਲੀ ਦਾ ਆਈਡੀਆ ਕਿਹਨੇ ਦਿੱਤਾ ਸੀ? MN ਰॉय ਨੇ। ਔਰ MN ਰॉय ਸੀ ਜਿਹੜੇ ਉਹ ਕਮਿਊਨਿਸਟ ਮੂਵਮੈਂਟ ਇਨ ਇੰਡੀਆ ਫਸਟ ਜਾਂ ਪਾਇਓਨੀਅਰ ਸੀ ਕਮਿਊਨਿਸਟ ਮੂਵਮੈਂਟ ਦੇ ਇੰਡੀਆ ਦੇ ਵਿੱਚ। ਇਹ ਸੈਕੰਡ ਪੁਆਇੰਟ ਤੁਸੀਂ ਯਾਦ ਰੱਖਣਾ। ਨੈਕਸਟ ਪੁਆਇੰਟ ਹੈ 1935। 1935 ਦੇ ਵਿੱਚ ਪਹਿਲੀ ਵਾਰ ਜਿਹੜੀ ਆਫੀਸ਼ੀਅਲੀ ਡਿਮਾਂਡ ਹੋਈ ਸੀ ਕਨਸਟੀਟਿਊਟ ਅਸੈਂਬਲੀ ਦੀ ਉਹ ਕਿਹਨੇ ਕੀਤੀ ਸੀ? ਇੰਡੀਅਨ ਨੈਸ਼ਨਲ ਕਾਂਗਰਸ ਨੇ ਕੀਤੀ ਸੀ ਸਭ ਤੋਂ ਪਹਿਲਾਂ ਵੀ ਸਾਨੂੰ ਕਨਸਟੀਟਿਊਟ ਅਸੈਂਬਲੀ ਪ੍ਰੋਵਾਈਡ ਕਰਵਾਈ ਜਾਏ ਜਿਸ ਦੇ ਥਰੂ ਅਸੀਂ ਕਨਸਟੀਟਿਊਸ਼ਨ ਆਫ ਇੰਡੀਆ ਫਰੇਮ ਕਰ ਸਕੀਏ। ਨੈਕਸਟ ਪੁਆਇੰਟ 1938 ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਔਨ ਬਿਹਾਫ ਆਫ ਇੰਡੀਅਨ ਨੈਸ਼ਨਲ ਕਾਂਗਰਸ ਡਿਕਲੇਅਰ ਕੀਤਾ ਸੀ ਵੀ ਜਿਹੜਾ ਕਨਸਟੀਟਿਊਸ਼ਨ ਆਫ ਫ੍ਰੀ ਇੰਡੀਆ ਮਸਟ ਬੀ ਫਰੇਮਡ ਬਣੂਗਾ, ਬਟ ਕਿਸ ਦੇ ਬੇਸ ਤੇ ਬਣੂਗਾ? ਕਹਿੰਦੇ ਵਿਦਆਊਟ ਇੰਟਰਫੇਰੈਂਸ ਚਾਹੀਦੀ ਹੈ ਸਾਨੂੰ, ਕੋਈ ਵੀ ਬਾਹਰ ਦੀ ਕੰਟਰੀ ਸਾਡੇ ਵਿੱਚ ਇੰਟਰਫੇਰੈਂਸ ਨਹੀਂ ਕਰੂਗੀ। ਕਨਸਟੀਟਿਊਟ ਅਸੈਂਬਲੀ ਦੇ ਬਣੂਗੀ ਉਹ ਕਿਵੇਂ ਬਣੂਗੀ? ਇਲੈਕਟਡ ਹੋਊਗੀ। ਕਿਸ ਦੇ ਬੇਸ ਤੇ? ਅਡਲਟ ਫਰੈਂਚਾਈਜ਼ੀ ਦੇ ਬੇਸ ਤੇ, ਮੀਨਸ ਕਿ ਜਿਸ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੋਇਆ ਉਹ ਵੋਟ ਪਾਉਣਗੇ। ਉਸ ਤੋਂ ਬਾਅਦ ਦਾ ਡਿਮਾਂਡ ਵਾਸ ਫਾਈਨਲੀ ਐਕਸੈਪਟ। ਅਗਸਤ ਆਫਰ ਦਾ ਨਾਮ ਤੁਸੀਂ ਕਈ ਐਗਜ਼ਾਮਸ ਦੇ ਵਿੱਚ ਸੁਣਿਆ ਹੋਊਗਾ। 1940 ਦੇ ਵਿੱਚ ਅਗਸਤ ਆਫਰ ਆਇਆ ਸੀ ਔਰ ਇਸ ਦੇ ਵਿੱਚ ਫਾਈਨਲੀ ਐਕਸੈਪਟ ਕਰ ਲਿਆ ਗਿਆ ਸੀ ਬ੍ਰਿਟਿਸ਼ ਗਵਰਨਮੈਂਟ ਦੁਆਰਾ ਕਿ ਅਸੀਂ ਤੁਹਾਨੂੰ ਇੱਕ ਕਨਸਟੀਟਿਊਟ ਅਸੈਂਬਲੀ ਦਿੰਨੇ ਆ ਜੋ ਕਿ ਇੰਡੀਆ ਦਾ ਕਨਸਟੀਟਿਊਸ਼ਨ ਤਿਆਰ ਕਰੂਗੀ। ਅਗਸਤ ਆਫਰ ਦੇ ਵਿੱਚ ਜਦੋਂ ਉਹਨਾਂ ਨੇ ਮੰਨ ਲਿਆ ਕਿ ਅਸੀਂ ਤੁਹਾਨੂੰ ਕਨਸਟੀਟਿਊਟ ਅਸੈਂਬਲੀ ਪ੍ਰੋਵਾਈਡ ਕਰਵਾਉਨੇ ਆ ਜੋ ਕਿ ਤੁਹਾਡਾ ਇੰਡੀਆ ਦਾ ਕਨਸਟੀਟਿਊਸ਼ਨ ਨੂੰ ਬਣਾਉਗੀ, ਤਾਂ ਉਸ ਦੇ ਲਈ ਉਹਨਾਂ ਨੇ 1942 ਦੇ ਵਿੱਚ ਸਰ ਸਟੈਫੋਰਡ ਕ੍ਰਿਪਸ ਇੰਡੀਆ, ਇਹ ਮੈਂਬਰ ਸੀ ਕੈਬਨਿਟ ਦਾ ਉਹਨਾਂ ਦੇ, ਉਹਨੂੰ ਇੰਡੀਆ ਭੇਜਿਆ ਗਿਆ ਡਰਾਫਟ ਪ੍ਰਪੋਜ਼ਲ ਲੈ ਕੇ। ਬਟ ਉਹ ਕੀ ਕਹਿੰਦੇ ਸੀ? ਵਰਲਡ ਵਾਰ ਸੈਕੰਡ ਤੋਂ ਬਾਅਦ ਜਾਂ ਅਡਾਪਟ ਕੀਤਾ ਜਾਊਗਾ। ਬਟ ਜਿਹੜਾ ਕ੍ਰਿਪਸ ਪ੍ਰਪੋਜ਼ਲ ਸੀ ਸਰ ਕ੍ਰਿਪਸ ਲੈ ਕੇ ਆਏ ਸੀ ਉਸ ਨੂੰ ਰਿਜੈਕਟ ਕਰ ਦਿੱਤਾ ਕਿਸਨੇ? ਮੁਸਲਿਮ ਲੀਗ ਨੇ। ਮੁਸਲਿਮ ਲੀਗ ਕੀ ਕਹਿੰਦੀ? ਸਾਨੂੰ ਦੋ ਸਟੇਟਸ ਚਾਹੀਦੀਆਂ, ਆਟੋਨਮਸ ਸਟੇਟਸ ਚਾਹੀਦੀਆਂ, ਵੀ ਸਾਨੂੰ ਇੱਕ ਅਲੱਗ ਸਟੇਟ ਬਣਾ ਕੇ ਦਿਓ ਸਾਨੂੰ ਆਟੋਨਮਸ ਸਟੇਟ, ਔਰ ਦੋਨੇ ਆਟੋਨਮਸ ਸਟੇਟ ਸੀ ਅਲੱਗ-ਅਲੱਗ ਕਨਸਟੀਟਿਊਟ ਅਸੈਂਬਲੀਜ਼ ਹੋਣੀਆਂ ਚਾਹੀਦੀਆਂ। ਉਹਨਾਂ ਦੀ ਮੁਸਲਿਮ ਲੀਗ ਦੀ ਇਹ ਡਿਮਾਂਡ ਸੀ ਔਰ ਉਹਨਾਂ ਨੇ ਕ੍ਰਿਪਸ ਪ੍ਰਪੋਜ਼ਲ ਨੂੰ ਰਿਜੈਕਟ ਕਰ ਦਿੱਤਾ। ਫਾਈਨਲੀ ਕੈਬਨਿਟ ਮਿਸ਼ਨ ਭਾਰਤ ਭੇਜਿਆ ਗਿਆ, ਉਸਨੇ ਰਿਜੈਕਟ ਕੀਤਾ ਆਈਡੀਆ ਆਫ ਟੂ ਕਨਸਟੀਟਿਊਟ, ਮੀਨਸ ਕਿ ਦੋ ਆਟੋਨਮਸ ਸਟੇਟ ਦਾ ਜਿਹੜਾ ਆਈਡੀਆ ਸੀ, ਅਲੱਗ ਕੰਟਰੀ ਬਣਾਉਣ ਦਾ ਜਿਹੜਾ ਇੱਕ ਆਈਡੀਆ ਸੀ, ਉਹ ਕੈਬਨਿਟ ਮਿਸ਼ਨ ਨੇ ਰਿਜੈਕਟ ਕਰ ਦਿੱਤਾ। ਔਰ ਕਨਸਟੀਟਿਊਟ ਅਸੈਂਬਲੀ ਹੈ ਜਿਹੜੀ, ਇਸ ਡੇਟ ਨੂੰ ਯਾਦ ਰੱਖਣਾ, ਨਵੰਬਰ 1946 ਦੇ ਵਿੱਚ ਕਨਸਟੀਟਿਊਟ ਅਸੈਂਬਲੀ ਸੀ ਜਿਹੜੀ ਉਹ ਕੈਬਨਿਟ ਮਿਸ਼ਨ ਪਲਾਨ ਦੇ ਸਕੀਮ ਦੇ ਤਹਿਤ ਫਾਰਮੂਲੇਟ ਕੀਤੀ ਗਈ, ਮੀਨਸ ਕਿ ਬਣਾਈ ਗਈ। ਇਹ ਡੇਟ ਨੂੰ ਯਾਦ ਰੱਖਣਾ, ਡੇਟ ਇੰਪੋਰਟੈਂਟ ਹੈ ਕਿਉਂਕਿ ਇਸ ਦਿਨ ਕਨਸਟੀਟਿਊਟ ਅਸੈਂਬਲੀ ਨੂੰ ਬਣਾਇਆ ਗਿਆ ਸੀਗਾ ਕਿਸ ਦੇ ਅੰਡਰ? ਕੈਬਨਿਟ ਮਿਸ਼ਨ ਪਲਾਨ ਦੇ ਅੰਡਰ। ਇਹ ਬਹੁਤ ਹੀ ਇੰਪੋਰਟੈਂਟ ਆ ਵੀ ਕਨਸਟੀਟਿਊਟ ਅਸੈਂਬਲੀ ਸੀ ਜਿਹੜੀ ਕਿਸ ਮਿਸ਼ਨ ਦੇ ਅੰਡਰ ਜਾਂ ਕਿਸ ਕੁਐਸਚਨ ਇਹ ਆ ਜਾਂਦਾ ਕਿਸ ਐਕਟ ਦੇ ਅੰਡਰ ਬਣਾਈ ਗਈ ਸੀ। ਤੁਸੀਂ ਯਾਦ ਰੱਖਣਾ ਕੈਬਨਿਟ ਮਿਸ਼ਨ ਦੇ ਅੰਡਰ ਇਹ ਕਨਸਟੀਟਿਊਟ ਅਸੈਂਬਲੀ ਬਣਾਈ ਗਈ। ਹੁਣ ਇਹ ਕਨਸਟੀਟਿਊਟ ਅਸੈਂਬਲੀ ਸੀ ਜਿਹੜੇ ਇਹਦੇ ਮੈਂਬਰਸ ਸੀ ਜਿਹੜੇ ਉਹ ਪਾਰਸ਼ਲੀ ਇਲੈਕਟਡ ਸੀ
और पार्शली नॉमिनेटेड सी। दोनों तरह के मैंबर सी, इलैक्ट भी होणगे ते बाहरों नॉमिनेट भी किए जाएंगे इस डायरैक्ट कॉन्स्टिट्यूट असैंबली दे विच। हुण जिहड़े ये मैंबर सी, जिहड़े इलैक्टेड पार्शली इलैक्टेड मैंबर सी, ये भी कोई डायरैक्टली इलैक्टेड मैंबर्स नहीं सी, इनडायरैक्टली इलैक्टेड मैंबर्स सी, वो प्रोविंशियल असैंबलीज दे। नैक्सट देखते हैं, कहता although constituent assembly was not directly elected by the people of India on the base of adult franchisee। जिस तरह जवाहरलाल नेहरू जी ने डिमांड की सी उस समय कि अडल्ट फ्रेंचाइजी दे बेस ते ही मतलब पीपल ऑफ इंडिया इस दे विच पार्टिसिपेट करनगे इलैक्शंस दे विच, फिर वो डायरेक्टली इलैक्टेड होंगे, बट इस तरह का नहीं होया। असैंबली इंक्लूड द इंपॉर्टेंट परसनैलिटी ऑफ इंडिया, मतलब हर तरह की इंपॉर्टेंट परसनैलिटी सी उस समय दी जिन्नियां भी उस असैंबली दे विच पार्टिसिपेट किया, एक्सैप्ट कौन नहीं सीगे? महात्मा गांधी जी। ये याद रखना, महात्मा गांधी जी उस समय उस असैंबली दे मैंबर्स नहीं सी। ये मोस्ट इंपॉर्टेंट क्वेश्चन है, ये याद रख। और नैक्सट पॉइंट है जो मोस्ट इंपॉर्टेंट, ये IAS के एग्जाम तक क्वेश्चन पूछा गया और तुहाडे लास्ट एग्जाम दे विच भी IAS एग्जाम का एक क्वेश्चन पुटअप किया उन्होंने, तो इस करके तुसी उस क्वेश्चन तो तुहानू पता लग सकता भी तुहाडा जिहड़ा एग्जाम का स्टैंडर्ड आ बहुत हाई रहेगा। ठीक है, इस करके याद रखो भी खास कर वो क्वेश्चंस जो IAS ने पूछे ने ਜਾਂ पंजाब PCS ने पूछे ने, तो उन्होंने याद करने की कोशिश करो। द कॉन्स्टिट्यूट असैंबली हैल्ड इट्स फर्स्ट मीटिंग ऑन 9 दिसंबर 1946। 9 दिसंबर 1946 ਦੇ ਵਿੱਚ फर्स्ट मीटिंग सी कॉन्स्टिट्यूट असैंबली ਦੀ। ਇਸ ਨੂੰ याद रखना मोस्ट इंपॉर्टेंट आ। और मुस्लिम लीग ने इसका मीटिंग का जिहड़ा बाईकाट करता सी, उन्होंने कहा सी भी सानू सैपरेट पाकिस्तान एक स्टेट चाहिए, उस लिए उन्होंने असिस्ट किया, इस करके उन्होंने बॉयकाट करता सीगा इस फर्स्ट मीटिंग का, जो कि 9 दिसंबर 1946 ਦੇ ਵਿੱਚ पहली मीटिंग हुई सी। हुण ਅਸੀਂ देखते हैं वर्किंग ऑफ कॉन्स्टिट्यूट असैंबली। उस असैंबली की की वर्किंग सी, तो सब तो पहला ਜਿਹੜੇ ਉਹਦੇ ਪ੍ਰੈਜ਼ੀਡੈਂਟ ਟੈਂਪਰੇਰੀ ਪ੍ਰੈਜ਼ੀਡੈਂਟ ਚੁਣੇ ਗਏ, ਉਹਨਾਂ ਦਾ ਨਾਮ ਸੀ ਡਾਕਟਰ ਸਚਦਾਨੰਦ ਸਿਨਹਾ। ਇਹ ਓਲਡੈਸਟ ਮੈਂਬਰ ਸੀ ਉਸ ਕਨਸਟੀਟਿਊਟ ਅਸੈਂਬਲੀ ਦੇ, ਔਰ ਫ੍ਰੈਂਚ ਪ੍ਰੈਕਟਿਸ ਦੇ ਤਹਿਤ ਇਹਨਾਂ ਨੂੰ ਓਲਡੈਸਟ ਮੈਂਬਰ ਹੋਣ ਕਰਕੇ ਟੈਂਪਰੇਰੀ ਉਸ ਅਸੈਂਬਲੀ ਦਾ ਪ੍ਰੈਜ਼ੀਡੈਂਟ ਚੁਣ ਲਿਆ ਗਿਆ। ਇਹ ਟੈਂਪਰੇਰੀ ਪ੍ਰੈਜ਼ੀਡੈਂਟ ਸੀ ਉਸ ਅਸੈਂਬਲੀ ਦੇ। ਲੇਟਰ ਔਨ ਉਸ ਤੋਂ ਬਾਅਦ ਡਾਕਟਰ ਰਜਿੰਦਰ ਪ੍ਰਸਾਦ ਇਲੈਕਟ ਹੋਏ ਉਸ ਐਜ਼ ए ਪ੍ਰੈਜ਼ੀਡੈਂਟ ਆਫ ਅਸੈਂਬਲੀ, ਔਰ ਉਸ ਦੇ ਦੋ वाइस प्रेजिडेंट सी। याद रखना, दो वाइस प्रेजिडेंट सी, एक तो सीगा HC मुखर्जी और दूसरा सी VT कृष्णामचारी। ये दोनों के नाम तुसी याद रख लेने, वाइस प्रेजिडेंट इसके दो सी। मोस्ट इंपॉर्टेंट पॉइंट, मोस्ट इंपॉर्टेंट, 13 दिसंबर 1946 जवाहरलाल नेहरू ने मूव किया सी हिस्टोरिक ऑब्जेक्टिव रेजोल्यूशन इन दिस असैंबली। इस असैंबली दे विच ऑब्जेक्टिव रेजोल्यूशन नू मूव किया सी उस समय जवाहरलाल नेहरू जी ने। ये मोस्ट इंपॉर्टेंट पॉइंट आ और बहुत सारे एग्जाम्स दे विच ये क्वेश्चन पुटअप किया गया। और उस रेजोल्यूशन नू अनअनोनिमसली अडॉप्ट कर लिया गया असैंबली दे विच जनवरी 22 जनवरी 1947। 22 जनवरी 1947 दे विच बिना किसी विरोध दे उस रेजोल्यूशन नू अडॉप्ट कर लिया गया सीगा कॉन्स्टिट्यूट असैंबली दे विच, जो कि जवाहरलाल नेहरू जी द्वारा पुटअप किया गया सीगा उस असैंबली दे विच। मोस्ट इंपॉर्टेंट क्वेश्चन है, ये पॉसिबिलिटी है इस क्वेश्चन ऑन। नैक्सट पॉइंट ये होर भी बहुत ज़्यादा इंपॉर्टेंट है उस तो, इट इज़ मॉडिफाइड वर्जन फ्रॉम द प्रैम्बल ऑफ द प्रेजेंट कॉन्स्टिट्यूशन। जिहड़ा साडा अज दा कॉन्स्टिट्यूशन है, जिहड़ा दा प्रैम्बल आ, ये मॉडिफाइड वर्जन है किस चीज़ का? जिहड़ी कॉन्स्टिट्यूट असैंबली दे विच फर्स्ट टाइम जवाहरलाल नेहरू जी ने ऑब्जेक्टिव रेजोल्यूशन पुटअप किया सी, जो कि अनअनोनिमसली अडॉप्ट हो गया सीगा उस असैंबली दे विच। वो अज भी साडे कॉन्स्टिट्यूशन दे विच प्रेजेंट है, ये तुसीं याद रख। हुण साडा देश आज़ाद हो चुका सी, 1947 आ चुका सी। उस तो बाद इस असैंबली का की होया? इस असैंबली का जिहड़ा फर्स्ट पॉइंट तुसीं याद रखना, इसनूं सॉवरन बॉडी बना दिता गया, फुली सॉवरन बॉडी। नैक्सट पॉइंट लैजिस्लेटिव बॉडी बना दिता गया। उस तो बाद अगर दूसरे शब्दों के विच असीं गल करिए तो टू सैपरेट फंक्शन सी इसके अजाइन किए गए इसनूं। एक तो इहदा काम सीगा द मेकिंग ऑफ कॉन्स्टिट्यूशन फॉर फ्री इंडिया, और दूसरा सीगा इनैक्टिंग द ऑर्डनरी लॉ फॉर ए कंट्री। जिहड़ा दूसरा लॉ है, इस तो इलावा उसनूं भी इनैक्ट करना, कंट्री दे विच लागू करना। ये दो काम सी, कॉन्स्टिट्यूशन बनाना ते दूसरा जिहड़ा ऑर्डनरी लॉ सी साडा उसनूं लागू करना। ये दो सैपरेट टास्क परफॉर्म होंदे सी अलग अलग दिन दे उत्ते। फर्स्ट और इस असैंबली नूं ही फर्स्ट पार्लीमेंट ऑफ फ्री इंडिया कहा गया, जां डोमेन लैजिस्लेचर कहा गया। फर्स्ट पार्लीमेंट किनूं कहा गया? कॉन्स्टिट्यूट असैंबली नूं। मोस्ट इंपॉर्टेंट पॉइंट,
whenever assembly meet as a constituent body, अगर वो constituent assembly ਜਾਂ constituent body ਦੀ ਤਰ੍ਹਾਂ meet ਕਰਦੇ ਸੀ ਜਾਂ ਮਿਲਦੇ ਸੀ ਤਾਂ ਉਸ ਸਮੇਂ ਜਿਹੜੇ ਉਹਦੇ president ਕੌਣ ਹੁੰਦੇ ਸੀ, ਡਾਕਟਰ ਰਜਿੰਦਰ ਪ੍ਰਸਾਦ, ਜੋ ਉਹਨੂੰ ਚੇਅਰ ਕਰਦੇ ਸੀ, ਮਤਲਬ ਕਿ ਚੇਅਰਪਰਸਨ ਹੁੰਦੇ ਸੀ ਉਹਨਾਂ ਦੇ, ਜਦੋਂ ਐਜ਼ ਏ constituent assembly ਉਹ ਮੀਟ ਕਰਦੇ ਸੀ। ਜਦੋਂ ਉਹ ਐਜ਼ ਏ ਲੈਜਿਸਲੇਟਿਵ ਬੋਡੀ ਮੀਟ ਕਰਦੇ ਸੀ ਅਲੱਗ ਦਿਨ ਦੇ ਉੱਪਰ, ਉਸ ਸਮੇਂ ਉਹਨੂੰ ਕੌਣ ਚੇਅਰ ਕਰਦੇ ਸੀ, ਜੀਵੀ ਮਾਵਲਕਰ। ਠੀਕ ਹੈ, ਇਹ ਦੋ ਫੰਕਸ਼ਨ ਸੀ। ਕਦ ਤੱਕ ਚੱਲੇ? 26 ਨਵੰਬਰ 1949 ਤੱਕ ਚੱਲਦੇ ਰਹੇ, ਜਦ ਤੱਕ ਮਤਲਬ ਮੇਕਿੰਗ ਆਫ ਕਨਸਟੀਟਿਊਸ਼ਨ ਓਵਰ ਹੋ ਚੁੱਕੀ ਸੀ। ਠੀਕ, ਨੈਕਸਟ ਪੁਆਇੰਟ ਦੇਖਦੇ ਹਾਂ। ਹੁਣ ਪਿਛਲੇ ਕੰਮ ਤਾਂ ਕਨਸਟੀਟਿਊਟ ਅਸੈਂਬਲੀ ਨੇ ਕੀਤੇ, ਉਹਦੇ ਨਾਲ ਹੋਰ ਕੀ ਕੰਮ ਕੀਤੇ ਔਰ ਮੋਸਟ ਇੰਪੋਰਟੈਂਟ ਕੁਐਸਚਨਸ ਨੇ ਜੋ ਕਿ ਕਈ ਐਗਜ਼ਾਮਸ ਦੇ ਵਿੱਚ ਪੁੱਛੇ ਗਏ। ਧਿਆਨ ਨਾਲ ਯਾਦ ਕਰ ਲਓ questions. In addition to making of the constitution and acting of ordinary law, constituent assembly also performed the following functions. और केड़े-केड़े function उन्होंने perform किए? It ratified the Indian membership of the Commonwealth in May 1949. Commonwealth ਜਿਹੜੀ membership of Commonwealth वो इसने ratify ਕੀਤੀ constituent assembly ਨੇ। ਕਿਦੋਂ? 1949 ਦੇ ਵਿੱਚ। ਇਹ ਈਅਰ ਯਾਦ ਰੱਖ। ਨੈਸ਼ਨਲ ਫਲੈਗ ਆ ਸਾਡਾ ਜਿਹੜਾ, ਤਿਰੰਗਾ ਸਾਡਾ ਜਿਹੜਾ, ਉਹ 22 ਜੁਲਾਈ 1947 ਨੂੰ ਅਡਾਪਟ ਕੀਤਾ ਗਿਆ। ਇਹ ਡੇਟ ਆ ਮੋਸਟ ਇੰਪੋਰਟੈਂਟ ਡੇਟ ਆ, 22 ਜੁਲਾਈ 1947 ਨੂੰ ਸਾਡਾ ਨੈਸ਼ਨਲ ਫਲੈਗ ਹੈ ਜਿਹੜਾ ਅਡਾਪਟ ਕੀਤਾ ਗਿਆ। ਥਰਡ ਪੁਆਇੰਟ, ਨੈਸ਼ਨਲ ਐਂਥਮ 24 ਜਨਵਰੀ 1950 ਮੋਸਟ ਇੰਪੋਰਟੈਂਟ ਡੇਟ ਆ, ਯਾਦ ਰੱਖਣਾ। ਨੈਸ਼ਨਲ ਐਂਥਮ ਜਿਹੜਾ ਸਾਡਾ ਅਡਾਪਟ ਕੀਤਾ ਗਿਆ ਸੀ 24 ਜਨਵਰੀ 1950 ਨੂੰ। ਨੈਸ਼ਨਲ ਸੌਂਗ ਸਾਡਾ ਜਿਹੜਾ ਇਹ ਵੀ 24 ਜਨਵਰੀ 1950 ਨੂੰ ਹੀ ਅਡਾਪਟ ਕੀਤਾ ਗਿਆ ਸੀ। ਡਾਕਟਰ ਰਜਿੰਦਰ ਪ੍ਰਸਾਦ ਜੀ ਜਿਹੜੇ ਫਸਟ ਪ੍ਰੈਜ਼ੀਡੈਂਟ ਆਫ ਇੰਡੀਆ ਬਣੇ ਸਾਡੇ, ਉਹ ਵੀ 24 ਜਨਵਰੀ 1950 ਨੂੰ ਹੀ ਇਲੈਕਟ ਕੀਤੇ। ਠੀਕ ਹੈ, ਇਹ ਮੋਸਟ ਇੰਪੋਰਟੈਂਟ ਪੁਆਇੰਟਸ ਨੇ ਜੋ ਕਿ ਤੁਸੀਂ ਯਾਦ ਕਰਨੇ ਆ। ਉਸ ਤੋਂ ਬਾਅਦ ਇਹ ਕਨਸਟੀਟਿਊਟ ਅਸੈਂਬਲੀ ਦੇ 11 ਸੈਸ਼ਨ ਹੋਏ। 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਇਹਨਾਂ ਨੂੰ ਇਹ ਸਾਰੇ ਸੈਸ਼ਨਸ ਨੂੰ ਕਵਰ ਕਰਨ ਲਈ। ਔਰ ਜਿਹੜਾ ਕਨਸਟੀਟਿਊਸ਼ਨ ਬਣਾਉਣ ਲਈ ਉਸ ਸਮੇਂ जो अमाउंट खर्च हुई 64 लाख रुपये उस समय खर्च होया, 64 लाख रुपीज उस समय खर्च होए उस समय। नैक्सट पॉइंट, 24 जनवरी 1950 कॉन्स्टिट्यूशन असैंबली का जिहड़ा फाइनल सैशन सी, लास्ट सैशन सी, बट इत्थे एंड नहीं होया। एज ए प्रोविजनल पार्लियामेंट, एज ए प्रोविजनल पार्लियामेंट सी वो इंडिया दी 26 जनवरी 1950 तक हो रही। और जिहड़ी 1952 ਦੇ ਵਿੱਚ ਜਿਹੜੇ ਜਨਰਲ ਇਲੈਕਸ਼ਨ ਹੋਏ ਸਾਡੇ, ਉਦੋਂ ਤੱਕ ਉਹ ਐਜ਼ ਏ ਕਨਸਟੀਟਿਊਟ ਅਸੈਂਬਲੀ, ਐਜ਼ ਏ ਪ੍ਰੋਵੀਜ਼ਨਲ ਪਾਰਲੀਮੈਂਟ ਆਪਦਾ ਕੰਮ ਕਰਦੀ ਰਹੀ। ਉਸ ਤੋਂ ਬਾਅਦ ਕੁਝ ਫੈਕਟਸ ਨੇ ਕਨਸਟੀਟਿਊਟ ਅਸੈਂਬਲੀ ਦੇ, ਇਹਨਾਂ ਨੂੰ ਧਿਆਨ ਨਾਲ ਯਾਦ ਕਰ ਲੈਣਾ। ਜਿਹੜੇ ਸੀਲ ਯੂਜ਼ ਕਰਦੇ ਸੀ, ਉਹ ਸਿੰਬਲ ਯੂਜ਼ ਕਰਦੇ ਸੀ ਕਨਸਟੀਟਿਊਟ ਅਸੈਂਬਲੀ ਦੇ, ਉਸ ਦੇ ਵਿੱਚ ਉਹਨਾਂ ਨੇ ਜਿਹੜਾ ਐਨੀਮਲ ਸੀ, ਕਿਹੜੇ ਐਨੀਮਲ ਨੂੰ ਯੂਜ਼ ਕੀਤਾ ਸੀ? ਐਲੀਫੈਂਟ ਨੂੰ। ਐਲੀਫੈਂਟ ਵਾਜ਼ ਅਡਾਪਟਡ ਐਜ਼ ਅ ਸਿੰਬਲ ਜਾਂ ਸੀਲ ਆਫ ਕਨਸਟੀਟਿਊਟ ਅਸੈਂਬਲੀ। ਸੈਕੰਡ ਪੁਆਇੰਟ, ਜਿਹੜੇ ਕਨਸਟੀਟਿਊਸ਼ਨਲ ਐਡਵਾਈਜ਼ਰ ਜਾਂ ਲੀਗਲ ਐਡਵਾਈਜ਼ਰ ਸੀ ਕਨਸਟੀਟਿਊਟ ਅਸੈਂਬਲੀ ਦੇ, ਕੌਣ ਸੀ? ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ, ਮੋਸਟ ਇੰਪੋਰਟੈਂਟ, ਬਹੁਤ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਸਰ BN ਰਾਓ, ਮੋਸਟ ਇੰਪੋਰਟੈਂਟ, ਸਰ BN ਰਾਓ, ਮੋਸਟ ਇੰਪੋਰਟੈਂਟ ਕੁਐਸਚਨ, ਲੀਗਲ ਐਡਵਾਈਜ਼ਰ ਕਨਸਟੀਟਿਊਟ ਅਸੈਂਬਲੀ। ਥਰਡ ਪੁਆਇੰਟ, SN ਮੁਖਰਜੀ was the chief draftsman of constitution in constitute assembly. Fourth point, प्रेम बिहारी नारायण रायजादा was the calligrapher, जिन्हें की हैंड राइटिंग ਦੇ ਵਿੱਚ ਇਟੈਲਿਕ ਸਟਾਈਲ ਦੇ ਵਿੱਚ ਕਨਸਟੀਟਿਊਸ਼ਨ ਨੂੰ, ਜਿਹੜਾ ਫਸਟ ਕਨਸਟੀਟਿਊਸ਼ਨ ਸੀ, ਜਿਹੜਾ ओरिजिनल ਕਨਸਟੀਟਿਊਸ਼ਨ ਸੀ, ਉਹਨੂੰ ਲਿਖਿਆ ਗਿਆ। ਅਗਰ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਤਾਂ ਪਲੀਜ਼ ਇਸ ਲੈਕਚਰ ਨੂੰ ਆਪਦੇ ਫਰੈਂਡਸ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ, ਆਪਦੇ ਕੋਲੀਗਸ ਨਾਲ। ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।